वालेकुम मैं वा साकब मुश्ताक तुसी वेख रहे हो साकब की दुनिया 8232। उम्मीद है कि तुसी सारे भाई ठीक होवोगे। अज असी आए हैं जी भाई हुणा को जिन्हों ने कि तकरीबन 1 एकड़ जड़ा है बतौं जिन्हों बैंगन कहते हो उन्हों की काश्त की है। तो माशाल्लाह आ तुहानूं नज़र भी आ रही है चंगी तगड़ी ढेरी लाई हुई है तो सोहने बतौं है। बाकी इन्हां नाल गलबात करने हैं तो इन्हों बतौं के बारे सारी गल पुछने हैं की हिसाब किताब है इन्हां दा ते किन्ने अरसे च तैयार होंदे आ किन्नी इहदी प्रॉफिट है कि ये किसान वास्ते प्रॉफिट दे फसल है या नुकसान दे है क्योंकि इन्होंने भी तकरीबन मैनूं लगदा पहली दफ़ा ही काश्त की है। आओ हुण इत्थे भाई जुबैर होनी अपना कामकार कर रहे ने ते माशाल्लाह सोहणे पौधे नज़र आ रहे बतौआं दे बिल्कुल सेहतमंद ने ते बाकी इन्हां नाल गलबात करने ते इन्हां नूं कुछ सवालात जिहड़े आ इन्हां दे बारे पुछदे आ। इधर भाई जुबैर होनी जी जिहड़े मैनूं शक है बतौं तोड़ रहे आ ते इन्हां नाल हुण गलबात करने। अस्सलाम वालेकुम भाई जुबैर। वालेकुम सलाम जी। जुबैर भाई की हाल चाल जे? ठीक ठाक सर तुम सुनाओ। बड़े मसरूफ जे है कुछ टाइम साडे वास्ते? आज टाइम ही वीर वास्ते टाइम ही टाइम। अच्छा अच्छा बड़ी मेहरबानी जी। एडे तुसी दूरों चला यानी सुट रहे हो इन्हां नूं सट नहीं लगदी? नहीं कुछ भी नहीं हुंदा जी। अच्छा 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 भाई जुबैर मैनूं सब तो पहले दसो भी ये बतौं दा बीजन दा की तरीकाकार है? तुसी पहली दफ़ा की बीजे है या पहले भी बीजदे हो? ਅਸੀਂ ਬੀਜੇ ਪਹਿਲੀ ਦਫਾ अच्छा ਤੇ किन्ने देर दी फसल हो गई इस टाइम? ਇਹ ਸਰ ਲੱਗੀ ਸੀ 12ਵੇਂ ਮਹੀਨੇ। अच्छा 12ਵੇਂ ਦੀ ਯਕਮ ਨੂੰ ਲਾ ਲਓ 1 2 ਨੂੰ ਲਾ ਲਓ ਉਦੋਂ ਲੱਗੀ ਸੀ। 12वें महीने यानी 6-7 महीने हो गए आ ਹਾਂਜੀ ते बताऊं किन्नी देर बाद लगने शुरू हो जाते हैं? ਉਹ ਤਕਰੀਬਨ 3 ਤੋਂ 4 ਮਾਹ ਲੱਗਦੇ ਨੇ ਤਿਆਰ ਹੋਣ ਅੱਛਾ, ਵਾਸਤੇ ਅੱਛਾ। ਪੌਦੇ ਨੂੰ। ਤੇ ਇਹਨਾਂ ਦਾ ਬੀਜਣ ਦਾ ਤਰੀਕਾਕਾਰ ਇਹ ਦੱਸੋ। ਪਹਿਲੇ ਪੈ ਜਾਣ ਪਨੀਰੀ ਸ਼ਿਫਟ ਲਾਣੀ ਪੈਂਦੀ ਹੈ। ਅੱਛਾ ਫਿਰ ਜਿਵੇਂ ਆਪਾਂ ਨਰਮੇ ਦੀਆਂ ਖੇੜਾਂ ਕੱਢੀਏ ਨਰਮਾ ਪਲੰਟਰ ਕਰੀਦਾ। ਅੱਛਾ ਪਨੀਰੀ ਤੇ ਗੱਲ ਕਰ ਰਹੇ ਆ। ਪਨੀਰੀ ਹੈ ਜਿਹੜੀ ਇਹ ਤੁਸੀਂ ਖੁਦ ਬੀਜੀ ਸੀ ਜਾਂ ਮੁੱਲ ਲਿਆਏ ਸੀ? ਨਹੀਂ, ਖੁਦ ਕਾਸ਼ਤ ਕੀਤੀ। ਖੁਦ ਕੀਤੀ ਸੀ। ਇਹਦੇ ਵਾਸਤੇ ਕੋਈ ਨਸਲਾਂ ਹੁੰਦੀਆਂ ਬਤਾਉਂ ਦੀਆਂ ਵੀ? ਹਾਂਜੀ ਇਹ ਨਸਲਾਂ ਹੁੰਦੀਆਂ ਨੇ। ਤਕਰੀਬਨ ਕਿੰਨੀਆਂ ਕੁ ਨਸਲਾਂ ਹੁੰਦੀਆਂ? ਭਾਈਜਾਨ ਜਿਵੇਂ ਨਰਮੇ ਦੀ ਵੈਰਾਈਟੀਆਂ ਨੇ ਉਵੇਂ ਇਹਨਾਂ ਦੀਆਂ ਵੈਰਾਈਟੀਆਂ। ਅੱਛਾ ਅੱਛਾ ਇਹ ਇਸ ਵਕਤ ਕਿਹੜਾ ਬਤਾਉਂ ਹੈ? ਇਹ ਦੂਸਰਾ ਗੁਲਾਬੀ ਜਿਹਨੂੰ ਕਹਿੰਦੇ ਨਾ ਗੋਲ ਬਤਾਉਂ ਹੈ? ਹਾਂਜੀ ਗੋਲ। ਲੰਮਾ ਬਤਾਉਂ ਵਿੱਚ ਹੈ ਜਾਂ ਨਹੀਂ? ਸਾਰਾ ਉਹ ਜੀ ਇਹ ਸਾਰੇ ਗੋਲ ਬਤਾਉਂ ਹੀ ਨੇ? ਇੱਕ ਪੌਦਾ ਹੀ ਨਹੀਂ ਲਾਇਆ ਲੰਮੇ ਬਤਾਉਂਦਾ ਜੀ। हाँ जी जुबैर भाई विखाओ जरा बताऊं केड़ी नस्ल दा है? वाह जी वाह माशाल्लाह। अच्छा यार एक ओ फड़े ना वो ਇਹਦੇ ਨਾਲ ਵੀ ਤਗੜਾ ਹੈ देख। वाह वाह जी वाह। अच्छा जुबैर भाई ਤੁਸੀਂ ਤਜਰਬਾ ਕੀਤਾ ਹੋਣਾ ਕਿ ਨਹੀਂ? ਫੜੀ ਰੱਖਣਾ ਸੀ ਮੈਂ ਕਿਹਾ ਪਿੱਛੇ ਨੂੰ ਹੋ ਜਾ ਤਾਂ ਕਿ ਪਤਾ ਲੱਗੇ। ਇੱਕ ਮਿੰਟ ਖਲੋ ਜਾ ਯਾਰ ਆ ਵੀ ਸ਼ੋਰ ਜਿਹੜਾ ਨਾ ਬਹੁਤ ਤੰਗ ਕਰਦਾ। ਮੇਰੀ ਵੀਡੀਓ ਬਣ ਜੀ ਯਾਰ ਕਿਉਂਕਿ ਹੁਣ ਟਾਈਮ ਹੁੰਦਾ ਨਹੀਂ ਉਹ ਉੱਥੇ। ਹੁਣ ਤੂੰ ਗਾਂ ਠੇਕੇ ਤੇ ਦਿੱਤੇ ਜਾਂ ਖੁਦ ਹੀ ਤੜਵਾ ਰਿਹਾ? ਛੇਤਰ ਜੀ ਮੇਰੇ ਨਾਲ ਬੰਦਾ ਉਹ ਜਿਹੜੀ ਕਟਾਈ ਲਾ ਰਿਹਾ ਨਾ ਬੰਦਾ ਹਾਂ ਉਹ ਪੰਟਰ ਛੇਤਰ। ਅੱਛਾ ਅੱਛਾ हाँ जुबैर भाई ਤੁਸੀਂ ਬਤਾਉਂ ਦੇ ਬਾਰੇ ਦੱਸ ਰਹੇ ਸੀ। ਆ ਤਕਰੀਬਨ ਕੰਮ ਦੇ ਟਾਈਮ ਜੀ 3 ਪਾ ਦਾ। ਵਾਹ ਜੀ ਵਾਹ ਬਿਲਕੁਲ ਜੀ। ਇਹ ਅੱਧਾ ਕਿਲੋ। ਅੱਛਾ जुबैर भाई ਇਹ ਜਿੰਨਾ ਵੱਡਾ ਹੋਵੇ ਖਰਾਬ ਤੇ ਨਹੀਂ ਹੁੰਦਾ? ਬਿਲਕੁਲ ਠੀਕ ਹੈ। ਦੱਸ ਸਕਦਾ ਜੀ ਬਿਲਕੁਲ ਕੱਚਾ ਹੋਏਗਾ। ਅੱਛਾ ਅੱਛਾ ਵਾਹ ਜੀ ਵਾਹ ਮਾਸ਼ਾਅੱਲਾ। ਅੱਛਾ ਹੁਣ ਕਿੰਨੀ ਦੇਰ ਤੁਸੀਂ ਇਹਨਾਂ ਕੋ ਬਤਾਉਂ ਤੋੜਦਿਆਂ ਨੂੰ ਕਿੰਨੀ ਦੇਰ ਹੋ ਗਈ ਹੈ? ਇਹ ਜੀ ਵੱਡੀ ਤੋਂ ਬਾਅਦ ਸ਼ੁਰੂ ਕੀਤਾ ਜੀ। ਵੱਡੀ ਤੋਂ ਬਾਅਦ ਹਾਂਜੀ ਯਾਨੀ ਕਿ 1 ਮਹੀਨਾ ਹੋਈ। ਹਾਂ 1 ਮਹੀਨਾ ਹੋ ਗਿਆ ਹੈ। ਹਾਂ ਇਹ ਜਿਹੜਾ ਮਹੀਨਾ ਦੇ ਢੋਈ ਚੱਲਾ ਜੀ ਉਹਨੇ ਦੀ। ਅੱਛਾ ਅੱਛਾ ਮਾਸ਼ਾਅੱਲਾ। ਇਹ ਕਿੰਨੀ ਦੇਰ ਤੱਕ ਚੱਲਣਗੇ? ਇਹ ਚੱਲਣਗੇ ਸਰ 12ਵੇਂ ਮਹੀਨੇ ਦੀ ਐਂਡ ਤੱਕ ਚੱਲਣਗੇ। ਯਕਮ ਤੋਂ ਫਰਵਰੀ ਤੋਂ ਲਾ ਲਓ ਜੀ ਬੰਦ ਹੋ ਜਾਏਗਾ ਕੰਮ। ਅੱਛਾ ਅੱਛਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਫਸਟ ਟਾਈਮ ਬੀਜੇ ਆ ਹਾਂਜੀ ਤੇ ਇਹਨਾਂ ਦੀ ਕਿੰਨੀ ਕੁ ਲਾਗਤ ਹੈ ਤੇ ਕਿੰਨੀ ਕੁ ਪ੍ਰੋਫਿਟ ਹੈ? ਜਰਾ ਵੇਖਣ ਤੇ ਸੁਣਨ ਵਾਲਿਆਂ ਨੂੰ ਦੱਸੋ ਤੇ ਇਹ ਵੀ ਦੱਸੋ ਕਿੰਨੇ ਬੀਜੇ ਜੇ? ਇਹ ਜੀ 1.5 ਏਕੜ ਆ। ਉਹ ਤੁਹਾਨੂੰ ਸਾਹਮਣੇ ਸਪਰੇਅ ਨਜ਼ਰ ਆ ਰਹੀ ਨਾ ਉਹ ਨਵੇਂ ਲਾਏ ਨੇ। ਅੱਛਾ ਅੱਛਾ ਉੱਥੇ ਵੀ ਬਤਾਉਂ ਲਾਏ ਜੇ? ਉਹ ਵੀ ਬਤਾਉਂ ਨੇ ਉਹ। ਇਹਦਾ ਮਤਲਬ ਇਹਨਾਂ 'ਚ ਪ੍ਰੋਫਿਟ ਹੈ ਤੁਸੀਂ ਗਾਂ ਵੀ ਲਾ ਰਹੇ ਹੋ ਹੈ? ਇਹ ਭਾਜੀ ਇਹ ਵੈਰਾਈਟੀ ਹੋ ਰਿਹਾ ਉਹ ਹੋਰ। ਅੱਛਾ ਅੱਛਾ ਇਹ ਵੈਰਾਈਟੀ ਹੋਰ ਉਹ ਕਿਹੜੀ ਵੈਰਾਈਟੀ ਲਾਈ ਜੇ ਹੁਣ? ਉਹ ਆਮ ਜਿਹੜਾ ਬਲੈਕ ਕਲਰ ਹੁੰਦਾ ਨਾ ਜਿਹਦਾ ਹਾਂ ਉਹ ਇਹਦਾ ਨੀਲਾ ਕਲਰ ਆ। ਅੱਛਾ ਉਹ ਨਰਮੇ ਦੇ ਵਿੱਚ ਲਾਏ ਉੱਥੇ? ਨਹੀਂ ਲਹਿਦਾ ਨਹੀਂ ਪਾਈ ਜਾਨੂੰ ਤੁਸੀਂ ਅੱਛਾ, ਤੁਹਾਨੂੰ ਦਿਖਾਣੇ ਅੱਛਾ। ਤੁਹਾਨੂੰ ਕਰਾਣੇ ਉਹ ਲਹਿਦਾ। ਅੱਛਾ ਚਲੋ ਉਹ ਵੀ ਦੇਖਦੇ ਨਾਲੇ ਪੁੱਛਦੇ ਸਪਰੇਅ ਕਿਹੜੀ ਕਰ ਰਹੇ ਹੋ। ਹਾਂਜੀ ਅੱਛਾ ਵੇਖਣ ਤੇ ਸੁਣਨ ਵਾਲੇ ਭਾਈ ਨੇ ਜਿਹੜੇ ਹਾਂਜੀ ਇਸ ਇਲਾਕੇ ਦੇ ਵਿੱਚ ਕਾਸ਼ਤ ਬਤੌਆਂ ਦੀ ਮੈਂ ਤੇ ਨਹੀਂ ਪਹਿਲੇ ਦੇਖੀ ਵੀ ਇੰਨੇ ਬੀਜੇ। ਹੁਣ ਕਿੰਨੇ ਦੱਸਿਆ ਬੀਜੇ ਜੇ? ਇਹ 1.5 ਏਕੜ। 1.5 ਏਕੜ ਬੀਜਿਆ ਤੇ ਉਹ ਹੁਣ ਤਿਆਰ ਹੋਏ। ਉਹ ਵੀ ਵਿੱਚ ਪਾ ਕੇ 1.5 ਏਕੜ ਹਾਂ, ਉਹਦੇ ਵਿੱਚ ਪਾ ਕੇ। ਤੇ ਉਹਨਾਂ ਵਾਸਤੇ ਕੀ ਪੈਗਾਮ ਹੈ ਜਿਹੜੇ ਇੱਧਰ ਦੇ ਆਪਣੇ ਇਲਾਕੇ ਤਹਿਸੀਲ ਚਿਸ਼ਤੀਆਂ ਜ਼ਿਲ੍ਹਾ ਭਾਵਨਗਰ ਚੱਕ ਨੰਬਰ ਖਾਸ ਤੌਰ ਤੇ 110 ਫਤਿਹ ਵਾਲਿਆਂ ਵਾਸਤੇ? ਪੈਗਾਮ ਇਹ ਹੀ ਆ ਵੀਰ ਜੀ ਇਹਦੀ ਲਾਓ ਖੇਤੀ ਅੱਛਾ ਤੁਸੀਂ ਕਰੋ ਠੀਕ ਹੈ ਇਹਦੇ ਵਿੱਚ। ਅੱਛਾ ਅੱਛਾ ਅਗਰ ਰੇਟ ਮਾਸ਼ਾਅੱਲਾ ਲੱਗ ਜਾਂਦਾ ਨਾ ਤੁਹਾਡਾ ਹਾਂਜੀ ਰੇਟ ਅੱਛਾ ਲੱਗ ਜਾਂਦਾ ਇਹਦਾ ਤੇ ਜੀ। ਜਿੰਨੀ ਪ੍ਰੋਫਿਟ ਕਿਤੇ ਵੀ ਨਹੀਂ ਹੈਗੀ। ਸਹੀ ਗੱਲ ਹੈ। ਅੱਛਾ ਜ਼ੁਬੈਰ ਭਾਈ ਇਹਨੂੰ ਬਿਮਾਰੀ ਕਿਹੜੀ ਲੱਗਦੀ ਜੇ? ਬਿਮਾਰੀ ਵੀਰ ਜੀ ਇਹਨੂੰ ਸਬਜ਼ ਤੇਲਾ ਸਫੈਦ ਮੱਖੀ ਤੇ ਅੱਛਾ ਸੁੰਡੀ ਵਿਖਾਓ ਪੈ। ਹੈ ਇਸ ਵਕਤ?
ਉਹ ਸਪਰੇਅ ਹੋਈ ਆ ਜੀ। ਹਾਂ ਮਗਰ ਆ ਦੇਖੋ ਨਜ਼ਰ ਆ ਰਹੀ ਹੋਣੀ ਉੱਡਦੀ ਆ ਦੇਖੋ। ਹਾਂ ਹਾਂ ਇਧਰ ਕੰਮ ਹੈ ਥੋੜੀ ਸਫੈਦ ਮੱਖੀ ਏ ਸਫੈਦ ਇਹ ਨਰਮੇ ਤੇ ਵੀ ਹੁੰਦੀ ਹੈ ਨਰਮੇ ਤੇ ਵੀ ਅਟੈਕ ਕਰਦੀ, ਇੱਥੇ ਵੀ ਤੇ ਅਟੈਕ ਇਹਦੇ ਵਾਸਤੇ ਕਿਹੜੀ ਸਪਰੇਅ ਜ਼ਰੂਰੀ ਇਹਦੇ ਏ? ਵਾਸਤੇ ਸਪਰੇਅ ਜਾਂ ਤੇ ਮਤੋਈ ਅੱਛਾ ਤੇ ਜਾਂ ਦੂਸਰਾ ਲਓ ਜੀ ਭਾਈ ਹੁਣੀ ਬੈਂਗਣ ਦੀ ਹਿਫਾਜ਼ਤ ਵਾਸਤੇ ਜਿਹੜੀ ਸਪਰੇਅ ਕਰਨੀ ਹੈ ਮਤੋਈ ਕੋਈ ਨਾਂ ਲੈ ਰਹੇ ਨੇ ਜ਼ਿਮੀਦਾਰ ਭਾਈ ਬਿਹਤਰ ਜਾਣਦੇ ਸਜੰਟਾ ਕੰਪਨੀ ਦੀ ਹੈ ਕੰਪਨੀ ਦੀ ਤੇ ਤਕਰੀਬਨ ਮਿਲ ਸਕਦੀ ਹੈ ਜੀ। ਕਿੰਨੇ ਦਿਨਾਂ ਬਾਅਦ ਕਰਦੇ ਉਹਨੂੰ ਇਹ ਸਪਰੇਅ? ਰੂਟੀਨ ਬਾਈ ਰੂਟੀਨ ਹੈ ਵੀਰ ਜੀ। ਅੱਜ ਆ ਹੋਣ ਲੱਗੀ ਹੈ ਨਾ, ਹਾਂ। ਕੱਲ ਸ਼ਾਮ ਨੂੰ ਫੇਰ ਵੱਜਣੀ ਹੈ। ਅੱਛਾ ਹਾਂਜੀ ਇਹਦੀ ਨਾਗਾ ਨਹੀਂ ਹੈਗਾ। ਤੇ ਲਾਲਾ ਜਿਹੜੇ ਤੁਸੀਂ ਬਤਾਉ ਤੋੜਦੇ ਹੋ ਹਾਂਜੀ ਤੇ ਉਹਨਾਂ ਨੂੰ ਨੁਕਸਾਨ ਨਹੀਂ ਸਪਰੇਅ ਦਿੰਦੀ? ਨਹੀਂ ਕੋਈ ਨੁਕਸਾਨ ਨਹੀਂ ਦਿੰਦੀ। ਅੱਛਾ ਧੋ ਲੈਂਦੇ ਹੋ ਜਾਂ? ਨਹੀਂ ਇਦਾਂ ਹੀ ਚੱਲ ਜਾਣਾ ਜੀ, ਮੰਡੀ 'ਚ ਜਾ ਕੇ ਅੱਗੇ ਜਾ ਕੇ ਪਤਾ ਨਹੀਂ ਧੁੱਪਣਾ ਕਿ ਨਹੀਂ ਧੁੱਪਣਾ। ਅੱਛਾ ਅੱਛਾ ਕੋਈ ਨੁਕਸਾਨ ਨਹੀਂ ਹੈ। ਅੱਛਾ ਅੱਛਾ ਚਲੋ ਦਿਖਾਓ ਹੁਣ ਸਾਨੂੰ ਅੱਗੋਂ ਮਜ਼ੀਦ ਵੀ। ਉਹ ਭਾਈ ਹੁਣੀ ਤੋੜ ਵੀ ਰਹੇ ਨੇ ਬਤਾਉ ਹੈ। ਹਾਂਜੀ ਤੇ ਪਾਣੀ ਦਾ ਵੀ ਸਿਸਟਮ ਦੱਸੋ ਵੀ ਕਿੰਨਾ ਕੁ ਲਾਉਣਾ ਪੈਂਦਾ? ਅਗਰ ਤੁਹਾਡੇ ਕੋਲ ਵਸਾਇਲ ਹੈ ਨਾ ਵੀ ਤੁਹਾਡੇ ਕੋਲ ਟੂਬਲ ਵਗੈਰਾ ਹੈਗਾ ਇੱਥੇ, ਹਾਂਜੀ ਤੁਸੀਂ ਚੌਥੇ ਦਿਨ ਲਗਾ ਸਕਦੇ ਜੀ। ਅੱਛਾ ਅੱਛਾ ਜ਼ਰੂਰਤ ਹੈ ਚੌਥੇ ਦਿਨਾਂ ਬਾਅਦ ਇਹਨਾਂ ਚੌਥੇ ਦਿਨ ਨੂੰ ਜ਼ਰੂਰਤ ਜਿਸ ਜੀ। ਤਰ੍ਹਾਂ ਦੀ ਮਰਜ਼ੀ ਜ਼ਮੀਨ ਹੋਵੇ? ਹਾਂ ਜਿਸ ਤਰ੍ਹਾਂ ਦੀ ਮਰਜ਼ੀ ਜ਼ਮੀਨ ਤੇ ਹੋਵੇ। ਬਾਰਿਸ਼ ਨਾਲੇ ਕੋਈ ਖਰਾਬ ਤੇ ਨਹੀਂ ਹੁੰਦੇ? ਨਹੀਂ ਨਹੀਂ ਜੀ ਕੋਈ ਖਰਾਬ ਨਹੀਂ ਹੈਗੀ। ਆ ਦੇਖੋ ਨਾ ਬਾਰਿਸ਼ ਹੋਈ ਸੀ ਨਾ, ਹਾਂਜੀ ਇੰਨੀ ਫਰੂਟਿੰਗ ਹੈਗੀ ਹੈ। ਅੱਛਾ ਆਹ ਦੇਖੋ ਇਹਨੂੰ ਕੋਈ ਹਾਂ ਮਸਲਾ ਨਹੀਂ ਹੋਇਆ ਫਰੂਟਿੰਗ। ਸਹੀ ਗੱਲ। ਅੱਛਾ ਜ਼ਬੈਰ ਭਾਈ ਇਹ ਹੁਣ ਤੁਸੀਂ ਤੋੜ ਰਹੇ ਮਾਸ਼ਾਅੱਲਾ ਢੇਰ ਲਾਇਆ, ਕਿੰਨਵੇਂ ਦਿਨ ਬਾਅਦ ਤੋੜਦੇ ਹੋ? ਇਹ ਵੀ ਤੀਸਰੇ ਦਿਨ ਤੜਾਈ ਲੱਗਣੀ। ਕਿੰਨੇ ਕੁ ਲੱਥ ਜਾਂਦੇ ਆ? 1.5 ਏਕੜ ਦੇ 1 ਏਕੜ ਦੇ ਹੈ? ਫਿਲਹਾਲ ਏਕੜ ਤੋਂ ਹੀ ਲੱਥਣ ਦੇ ਨੇ, ਉਹ ਤੇ ਪਰਲੇ ਅਜੇ ਛੋਟੇ ਨੇ ਪੌਦੇ, ਉਹ ਅੱਛਾ, ਕਮ ਸੇ ਕਮ 15 ਦਿਨਾਂ ਤੋਂ ਬਾਅਦ ਤਿਆਰ ਹੋਣਗੇ। ਅੱਛਾ ਅੱਛਾ ਮਾਸ਼ਾਅੱਲਾ ਕਿੰਨੇ ਲੱਥ ਰਹੇ ਨੇ? ਇਹ ਛਾਪਰ ਹੁੰਦਾ ਵੀਰ ਜੀ ਤਕਰੀਬਨ 100, ਮਨਾਂ ਦੇ ਹਿਸਾਬ ਨਾਲ ਸਾਨੂੰ ਦੱਸੋ। ਮਾਨ ਦੇ ਹਿਸਾਬ ਨਾਲ ਵੀਰ ਜੀ ਸਾਨੂੰ ਨਹੀਂ ਡੇਲੀ ਕਿਉਂਕਿ ਮੰਡੀ ਦੇ ਕੇ ਆਉਂਦੇ ਹੋ ਨਾ, ਅੰਦਾਜ਼ਾ ਹੋ ਹੀ ਜਾਂਦਾ। ਛਾਪਰ ਅੱਛਾ। ਹੁੰਦੇ ਨੇ 5 ਕਿਲੋ। ਅੱਛਾ 5 ਕਿਲੋ ਦੀ ਪੈਕ ਹੁੰਦੀ ਆ। 100 ਛਾਪਰ ਹੋ ਜੇ, ਵਾਹ ਜੀ 120 ਵਾਹ, ਛਾਪਰ ਹੋ ਜੇ, ਮਾਸ਼ਾਅੱਲਾ। 100 ਤੋਂ ਕਮ ਵੀ ਹੋ ਸਕਦਾ, 70 80 ਵੀ ਛਾਪਰ ਹੁੰਦੇ ਨੇ। ਇਹ ਸਹੀ ਹੋ ਗਿਆ। ਯਾਨੀ ਇਨਕਮ ਠੀਕ ਹੈ ਇਹਨਾਂ ਦੀ? ਹਾਂਜੀ ਅਗਰ ਰੇਟ ਹੋਵੇ ਤੇ ਵੀਰ ਜੀ। ਹਾਂ ਅੱਛਾ ਇਹ ਜ਼ਿਆਦਾ ਜਿਨ੍ਹਾਂ ਦਾ ਰਕਬਾ ਉਹਨਾਂ ਨੂੰ ਲਾਉਣੇ ਚਾਹੀਦੇ ਜਾਂ ਜਿਨ੍ਹਾਂ ਦਾ ਕਮ ਰਕਬਾ ਉਹਨਾਂ ਵਾਸਤੇ ਠੀਕ ਹੈ? ਜ਼ਿਆਦਾ ਜਿਹਦਾ ਰਕਬਾ ਨਾ ਵੀਰ ਜੀ, ਉਹ ਤੇ ਅਗਰ ਉਹਦੇ ਕੋਲ ਟਾਈਮ ਹੈਗਾ ਤਾਂ ਲਗਾ ਸਕਦਾ। ਅੱਛਾ ਟਾਈਮ ਹੈਗਾ ਤੇ ਸਹੀ ਉਹਦੀ ਗੱਲ ਹੈ। ਦੂਸਰੀ ਫਸਲ ਅਗਰ ਤੋਂ ਟਾਈਮ ਕੱਢ ਸਕਦਾ ਹਾਂ, ਨਾ ਹਾਂ। ਤੇ ਫਿਰ ਲਗਾ ਸਕਦਾ। ਤੇ ਜੇ ਇਸ ਵਿੱਚ ਵਿਚਾਰੇ ਦੇ ਨੇ ਹੈਗੇ ਨਾ ਏਕੜ ਜਾਂ 2 ਹਾਂ, ਏਕੜ ਹਾਂ। ਜ਼ਮੀਨ ਹੈ। ਲਓ ਜੀ ਇਧਰ ਭਾਈ ਹੁਣੀ ਥੈਲਾ ਬਤਾਵਾਂ ਦਾ ਲਈ ਜਾ ਰਹੇ ਆ। ਇਹ ਥੈਲਾ ਇਹਨੂੰ ਕਹਿੰਦੇ ਕਿ ਛਾਪਰਾਂ 'ਚ ਸ਼ਿਫਟ ਕਰਨੇ ਆ? ਛਾਪਰ ਸ਼ਿਫਟ ਹੋਣਾ ਜੀ। ਅੱਛਾ ਛਾਪਰ ਅੱਛਾ ਵਿੱਚ shift ਛਾਪਰਾਂ 'ਚ ਸ਼ਿਫਟ ਇਹ ਜਿਹੜਾ ਵੀਰ ਕਰਕੇ। ਜੀ ਪਤਾ ਕੀ ਗੱਲ, ਜਿਹਦੇ ਕੋਈ 1 ਏਕੜ ਜਾਂ 2 ਏਕੜ ਹੈਗਾ ਨਾ, ਹਾਂਜੀ ਉਹ ਲਾ ਸਕਦਾ ਕਿਉਂਕਿ ਇਹ ਟਾਈਮ ਮੰਗਦਾ। ਅੱਛਾ ਇਹ ਤੁਸੀਂ ਕਿਹੜੀ ਸਬਜ਼ ਮੰਡੀ 'ਚ ਭੇਜ ਰਹੇ ਹੋ? ਇਹ ਚਿਸ਼ਤੀਆਂ ਜੀ। ਚਿਸ਼ਤੀਆਂ ਹੀ ਭੇਜ ਰਹੇ ਹੋ? ਹਾਂਜੀ, ਚਿਸ਼ਤੀਆਂ। ਕਦੀ ਰੂਨਾਬਾਦ ਵੀ ਭੇਜੇ ਨਹੀਂ ਨੇ? ਜੀ ਇੱਕ ਦਿਨ ਨਹੀਂ ਭੇਜਿਆ ਜੋ ਅੱਛਾ ਤੇ ਇੱਥੇ ਠੀਕ ਰੇਟ ਤੁਹਾਨੂੰ ਮਿਲ ਰਿਹਾ? ਠੀਕ ਮਿਲ ਰਿਹਾ। ਅੱਗੇ ਗੱਲਬਾਤ ਕੀਤੀ ਜਾਂ ਖੁਦ ਸੇਲ ਕਰਕੇ ਆਉਂਦੇ ਹੋ? ਨਹੀਂ ਅੱਗੇ ਆੜ ਤੇ ਜਿਵੇਂ ਮਾਲ ਜਾਂਦਾ ਨਾ ਜੀ ਆੜਤੀਆਂ। ਅੱਛਾ ਸਾਨੂੰ ਇਹ ਵੀ ਦੱਸੋ ਅੱਜ ਤਕਰੀਬਨ ਹੋ ਗਈ ਹੈ 1 ਜੁਲਾਈ ਜੀ ਤੇ ਕੀ ਰੇਟ ਚੱਲ ਰਿਹਾ ਇਹਦਾ? ਰੇਟ ਕਦੀ ਵੀਰ ਜੀ 100 ਦਾ ਛਾਪਰ, ਕਦੀ 150 ਦਾ ਛਾਪਰ, ਕਦੀ ਅੱਛਾ 200 ਦਾ, ਬਸ ਨਾ 200 ਰੇਟ ਦਾ ਵੀ ਉੱਤੇ ਚੱਲ ਥੱਲੇ ਰਿਹਾ। ਹੁੰਦਾ ਹੀ ਰਹਿੰਦਾ ਇਹਦਾ। ਸਹੀ ਹੈ। ਚਲੋ ਮਾਸ਼ਾਅੱਲਾ ਜੀ ਅੱਲਾਹ ਪਾਕ ਤੁਹਾਨੂੰ ਮਜ਼ੀਦ ਇਹਦੇ ਵਿੱਚ ਜਿਹੜਾ ਵਾ ਅਗਲੇ ਜਾਨੀ ਹੁਣ ਜ਼ਿਮੀਂਦਾਰਾਂ ਵਾਸਤੇ ਹੀ ਤੁਹਾਡਾ ਪੈਗਾਮ ਹੈ ਵੀ ਫਸਲ ਠੀਕ ਹੈ ਵੀ ਲਾਉਣੀ ਚਾਹੀਦੀ ਹੈ। ਅਗਰ ਕਿਸੇ ਮੇਰੇ ਵੀਰ ਭਰਾ ਕੋਲ ਜ਼ਿਆਦਾ ਰਕਬਾ ਨਾ, ਹਾਂਜੀ ਉਹਨਾਂ ਕੋਲ ਟਾਈਮ ਹੈਗਾ ਤੇ ਫਿਰ ਲਗਾਵੇ। ਅਗਰ ਟਾਈਮ ਨਹੀਂ ਨਾ ਉਧਰੋਂ ਨਹੀਂ ਕੱਢ ਸਕਦਾ ਤੇ ਫਿਰ ਨਾ ਲਗਾਵੇ। ਫਿਰ ਕੋਈ ਟਾਈਮ ਮੰਗਦੀ ਹੈ। ਅੱਛਾ ਜ਼ਬੈਰ ਭਾਈ ਮੈਨੂੰ ਸ਼ਾ ਕੇ ਬਤਾਉਂ ਜਿਹੜੇ ਪਏ ਰਹਿਣ ਖਰਾਬ ਤੇ ਨਹੀਂ ਜਲਦੀ ਹੁੰਦੇ? ਨਹੀਂ ਵੀਰ ਜੀ ਖਰਾਬ ਤੇ ਗਰਮੀ ਹੋਏਗੀ। ਕਿੰਨੇ ਕੁ ਦਿਨ ਕੱਢ ਸਕਦਾ ਇਸ ਤਰ੍ਹਾਂ? 1 ਤੋਂ 2 ਦਿਨ ਬਸ। ਅੱਛਾ ਅੱਛਾ ਗਰਮੀ ਦੇ ਵਿੱਚ ਹੋ ਸਕਦੇ ਖਰਾਬ? ਹੈ ਖਰਾਬ ਤੇ ਹੋਏਗਾ ਜੀ। ਹਾਂ ਅਗਰ ਪੌਦੇ ਨਾ ਲੱਗਿਆ ਰਵੇ ਹਾਂ ਫਿਰ ਕੁਝ ਨਹੀਂ ਹੁੰਦਾ। ਅੱਛਾ ਅਗਰ ਤੜਾਈ ਹੋ ਗਈ ਇਹਦੀ ਫਿਰ 1 ਤੋਂ 2 ਦਿਨ। ਅੱਛਾ ਇਹਦੀ ਤਕਰੀਬਨ ਕਿੰਨੇ ਦਿਨਾਂ ਦਾ ਹੋਣਾ ਬਤਾਉਂ ਜਿਹੜਾ ਹੈ ਤੁਹਾਡੇ ਹੱਥ 'ਚ ਹੈ? ਤਕਰੀਬਨ ਅੱਧਾ ਕਿਲੋ ਦਾ ਹੈ? ਇਹ ਕਮ ਸੇ ਕਮ ਜੀ ਹਫਤੇ ਦਾ ਹੋਏਗਾ। ਅੱਛਾ 1 ਅੱਛਾ ਹਫਤੇ ਦਾ ਹੋਏਗਾ। ਇਹ ਜਿਹੜੀ ਗਾਹਕ ਦੀ ਡਿਮਾਂਡ ਹੁੰਦੀ ਏ ਹਾਂਜੀ। ਉਹ ਜ਼ਿਆਦਾ ਵੱਡਾ ਬਤਾਉਂ ਮੰਗਦਾ ਜਾਂ ਛੋਟਾ? ਜਿਹੜਾ ਵੀ ਜੀ ਗਾਹਕ ਦੀ ਡਿਮਾਂਡ ਹੁੰਦੀ ਹੈ ਨਾ, ਜਿਹੜਾ ਤੇ ਆਪਣਾ ਪਿੰਡ ਥਾਂ ਤੇ ਹਾਂਜੀ। ਵਿਕਰੀ ਹੁੰਦੀ ਹੈ ਨਾ, ਉਹ ਹੁੰਦਾ ਛੋਟਾ। ਅੱਛਾ ਛੋਟਾ ਜ਼ਿਆਦਾ ਮਾਈਆਂ ਘਰ ਚ ਲੈਂਦੀਆਂ ਨਾ ਜਿਹੜੀਆਂ ਮਾਈਆਂ ਤੇ ਲੰਮਾ ਪਸੰਦ ਕਰਦੀਆਂ। ਵੀਰੇ ਪਤਾ ਕੀ ਗੱਲ ਹੈ, ਹਾਂਜੀ ਜਿਹੜੀ ਹੈ ਨਾ ਦੂਸਰੀ ਆ ਪਿੰਡ ਥਾਂ ਤੇ ਜਿਹੜੀ ਫਰੋਖਤ ਹੁੰਦਾ ਜਦੋਂ ਕੋਈ ਵੀ ਕਸਟਮਰ ਲਾ ਲਓ ਜਾਨੀ ਕਿ ਉਹ ਹੁੰਦਾ ਛੋਟਾ ਛੋਟਾ ਜਿਹੜਾ ਬਤਾਉਂ ਛੋਟੇ ਸਾਈਜ਼ ਦੇ ਵਿੱਚ ਭਰ ਕੇ ਪਕਾਉਣ ਲਈ ਜ਼ਾਇਕੇਦਾਰ ਵੀ ਬਣਦਾ ਏ। ਜ਼ਾਇਕੇਦਾਰ ਵੀ ਬਣਦਾ, ਕੋਈ ਭਰ ਕੇ ਪਕਾਉਣਾ ਚਾਹੁੰਦਾ ਵਾ, ਕੋਈ ਦੂਸਰਾ ਕੱਟ ਕੇ। ਤੇ ਜਿਹੜਾ ਮੋਟਾ ਹੁੰਦਾ ਨਾ, ਹਾਂਜੀ। ਇਹ ਵੀਰ ਜੀ ਫਿਰ ਹੋਟਲਾਂ ਵਗੈਰਾ ਤੇ ਸ਼ਹਿਰ ਚੱਲਦਾ। ਅੱਛਾ ਫੈਸਲ ਜ਼ਬੈਰ ਭਾਈ ਆਪਾਂ ਸਾਰੀਆਂ ਗੱਲਾਂ ਕਰ ਲਈਆਂ ਤੇ ਕੋਈ 2-4 ਸਾਨੂੰ ਫਾਇਦੇ ਵੀ ਦੱਸ ਦਿਓ ਬਤਾਉਂ ਦੇ ਕੀ ਫਾਇਦੇ ਨੇ? ਫਿਰ ਜੀ ਸਬਜ਼ੀ ਇੱਕ ਫਾਇਦਾ ਹੀ ਫਾਇਦਾ ਇਹਦਾ। ਹਾਂ ਕਹਿੰਦੇ ਨੇ ਕਿ ਦਿਮਾਗ ਬਹੁਤ ਤੇਜ਼ ਕਰਦਾ। ਅੱਛਾ ਵਾਹ ਜੀ ਵਾਹ ਮਾਸ਼ਾਅੱਲਾ। ਇਹਦੀ ਤਸੀਰ ਤੇ ਮੈਨੂੰ ਸ਼ੱਕ ਕੇ ਗਰਮ ਹੁੰਦੀ ਹੈ, ਤਸੀਰ ਗਰਮ ਹੁੰਦੀ ਹੈ ਇਹਦੀ, ਲੇਕਿਨ ਦਿਮਾਗ ਤੇਜ਼ ਕਰਦਾ ਹੈ। ਇਸ ਤੋਂ ਇਲਾਵਾ ਵੀ ਹੋਰ ਸਾਰੇ ਫਾਇਦੇ ਬਹੁਤ ਸਾਰੇ ਹੋਣਗੇ। ਹਿਸਾਬ ਲਾ ਲਓ ਨਾ ਕਿ ਅਗਰ ਇਹਦੀ ਤਸੀਰ ਗਰਮ ਹੈ ਨਾ, ਗਰਮ ਹੈ ਤੇ ਦਿਮਾਗ ਫਿਰ ਉਨਾ ਹੀ ਜ਼ਿਆਦਾ ਗਰਮ ਤੇਜ਼ ਹੋ ਜਾਏਗਾ। ਬਿਲਕੁਲ ਜੀ ਬਹੁਤ ਅੱਛੀ ਸਬਜ਼ੀ ਹੈ, ਯਾਨੀ ਕਿ ਹਰ ਬੰਦੇ ਨੂੰ ਖਾਣੀ ਚਾਹੀਦੀ ਹੈ। ਬਿਲਕੁਲ ਜੀ।
ਹਾਂਜੀ ਜ਼ੁਬੈਰ ਭਾਈ ਹੁਣ ਕੀ ਪੈਗਾਮ ਹੈ ਆਪਣੇ ਚੱਕ ਪੈਗਾਮ- ਨੰਬਰ 110 ਫਤਿਹ ਵਾਲਿਆਂ ਨੂੰ? ਇਹੀ ਪੈਗਾਮ ਹੈ ਮੈਂ ਆਪਣੇ ਚੱਕ ਵਾਲਿਆਂ ਨੂੰ ਵੀ ਅਗਰ ਯਾਰ ਆਪਾਂ ਨਾ ਇਹਨੂੰ ਬਦਲ ਕੇ ਫਸਲ ਲਾਣੀ ਚਾਹੀਦੀ ਹੈ। ਸਹੀ ਕੋਈ ਗੱਲ ਹੈ। ਸਬਜ਼ੀ ਇਹ ਲਾਜ਼ਮੀ ਬਤਾਓ ਨਹੀਂ, ਹੋਰ ਸਬਜ਼ੀ ਲਾਓ ਦੂਸਰੀ। ਇੱਥੇ ਕਿਹੜੀ ਫਸਲ ਜ਼ਿਆਦਾ ਲੋਕ ਲਾਉਂਦੇ ਇੱਥੇ ਆ? ਜੀ ਬਸ ਅਸੀਂ ਤੇ ਨਾ ਉਹ ਲਕੀਰ ਦੇ ਫਕੀਰ ਆ, ਹਾਂ। ਲੱਗੇ ਆ ਨਰਮਾ ਬੀਜ ਲਓ, ਕਣਕ ਬੀਜ ਲਓ, ਨਰਮਾ ਅੱਛਾ। ਬੀਜ ਲਓ, ਕਣਕ ਹਾਂ ਬੀਜ ਇਸ ਲਓ। ਤਰ੍ਹਾਂ ਹੀ ਹੈ ਬਿਲਕੁਲ ਇਹ ਗੱਲ ਬਸ ਅਸੀਂ ਤੇ ਨਾ ਇੱਥੇ ਟਿੱਕੀ ਹੋਏ ਆ ਹਾਂ ਹਾਂ ਤੇ ਨਹੀਂ ਬਦਲਣੀ ਚਾਹੀਦੀ ਹੈ ਜੀ ਫਸਲ, ਹੋਰ ਵਿੱਚ ਨਾ ਸਬਜ਼ੀ ਲਾਉਣੀ ਚਾਹੀਦੀ ਹੈ ਲਾਜ਼ਮੀ ਬਤਾਓ ਨਹੀਂ, ਹੋਰ ਤੁਸੀਂ ਫਸਲ ਲਾਓ, ਬਿਲਕੁਲ ਕੱਦੂ ਦੀ ਜੀ। ਲਾ ਲਓ, ਟਿੰਡੇ ਲਾ ਲਓ, ਮਿਰਚ ਲਾ ਲਓ। ਸਹੀ ਗੱਲ ਹੈ। ਹਾਂ ਬਦਲ ਕੇ ਲਾਣੀ ਚਾਹੀਦੀ ਹੈ। ਇਹਦੇ ਵਿੱਚ ਹੁਣ ਨਾ ਸੱਕ ਭਾਈ ਮਿਰਚ ਵੀ ਲੱਗੀ ਹੋਈ ਸੀ। ਹਾਂ ਮਿਰਚ ਨਾ ਹੁਣ ਬੂਟੇ ਹੋ ਗਏ ਨੇ ਜ਼ਿਆਦਾ ਬੜੇ ਤੇ ਉਹਦੇ ਵਾਸਤੇ ਨਾ ਖਰਾਬ ਹੋ ਗਏ, ਥੱਲੇ ਬੂਟੇ ਮਿਰਚ ਵਾਲੇ ਖਰਾਬ ਹੋ ਗਏ। ਵੇਖੋ ਜੀ ਜ਼ੁਬੈਰ ਭਾਈ ਨੇ ਬਤੌਆਂ ਦੀ ਕਾਸ਼ਤ ਕੀਤੀ, ਇਹਨਾਂ ਦਾ ਜਿਹੜਾ ਤਜਰਬਾ ਹੈ ਠੀਕ ਰਿਹਾ, ਯਾਨੀ ਕਿ ਇਹਨਾਂ ਨੂੰ ਪ੍ਰੋਫਿਟ ਮਿਲਿਆ। ਇਸ ਵਾਸਤੇ ਤੁਹਾਨੂੰ ਵੀ ਇਹ ਪੈਗਾਮ ਦੇ ਰਹੇ ਆ ਕਿ ਬਤੌਂ ਦੀ ਜਿਹੜੀ ਫਸਲ ਆ ਨਾ ਉਹ ਕਾਸ਼ਤ ਕਰੋ, ਇਨਸ਼ਾਅੱਲਾ ਤੁਹਾਨੂੰ ਨਫਾ ਹੋਏਗਾ ਤੇ ਇਹਦੇ ਵਿੱਚ ਤੁਹਾਡਾ ਨੁਕਸਾਨ ਦੇ ਚਾਂਸ ਜਿਹੜੇ ਆ ਬਹੁਤ ਘੱਟ ਨੇ। ਤੇ ਠੀਕ ਹੋ ਗਿਆ ਜ਼ੁਬੈਰ ਭਾਈ, ਬੜੀ ਮਿਹਰਬਾਨੀ, ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ। ਹੱਸਦੇ ਰਹੋ, ਵਸਦੇ ਰਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਅੱਲਾ ਹਾਫਿਜ਼।